जत पहारा तीरज सुनियार, अहरण मत वेद हथियार। पौ खल्ला अगन तपताओ, पांडा पाओ अमृत तिथाल। कड़िए शब्द सच्ची टकसाल, जिनको नदर करम तिनकार। नानक नदरी नदर निहाल। गुरु सवारे गुरु दुलारे सत्संगी जनों, बड़े प्यार ਅਤੇ ਅਦਬ ਦੇ ਨਾਲ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਪਾਠ ਆਪ ਜੀ ਨੇ ਸਰਵਨ ਕੀਤਾ, ਇਹ ਪਾਠ ਜਪਜੀ ਸਾਹਿਬ ਜੀ ਦੀ 38ਵੀਂ ਪੌੜੀ ਦਾ ਹੈ। ਇਸ ਦੀ ਵਿਚਾਰ ਸਰਵਨ ਕਰੋ ਜੀ। ਜਪਜੀ ਸਾਹਿਬ ਜੀ ਦੀ ਇਸ ਪੌੜੀ ਵਿੱਚ ਜੋ ਮੂਲ ਸਾਰ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਨੇ ਸਾਰੀਆਂ ਪੌੜੀਆਂ ਵਿੱਚ ਇਹੀ ਸਿੱਖਿਆ ਸੀ ਕਿ ਕਿਸੇ ਤਰੀਕੇ ਨਾਲ ਮਨ ਨੂੰ ਕੜਿਆ ਜਾਏ, ਚਿੱਤ ਨੂੰ, ਬੁੱਧ ਨੂੰ ਕੜਿਆ ਜਾਏ। ਜਿਹੜੀ ਗੱਲ 37 ਪੌੜੀਆਂ ਵਿੱਚ ਆਖੀ ਹੈ, ਉਸ ਦਾ ਸਾਰ ਇਸ 38ਵੀਂ ਪੌੜੀ ਵਿੱਚ ਗੁਰੂ ਨਾਨਕ ਦੇਵ ਜੀ ਦੱਸਦੇ ਹਨ ਕਿ ਜੇਕਰ ਕਰਨਾ ਹੈ ਮਤ ਨੂੰ, ਬੁੱਧ ਨੂੰ, ਚਿੱਤ ਨੂੰ, ਤਾਂ ਕਿਹੜੀ ਟਕਸਾਲ ਵਿੱਚ ਘੜੀਏ? ਘੜੀਏ ਸ਼ਬਦ ਸੱਚੀ ਟਕਸਾਲ। ਭਾਵ ਸ਼ਬਦ ਦੀ ਟਕਸਾਲ ਸਤਸੰਗ ਵਿੱਚ ਇਸ ਮਨ ਨੂੰ ਕਰਨਾ ਹੈ। ਪਰ ਇਸ ਵਾਸਤੇ ਸਥਾਨ ਚਾਹੀਦਾ ਹੈ, ਹਥਿਆਰ ਚਾਹੀਦੇ ਹਨ, ਅਗਨੀ ਚਾਹੀਦੀ ਹੈ। ਇਹਨਾਂ ਸਾਰਿਆਂ ਦਾ ਵਰਣਨ ਗੁਰੂ ਬਾਬਾ ਜੀ ਇਸ ਪੌੜੀ ਵਿੱਚ ਕਰਦੇ ਹਨ। ਜਤ ਪਹਾਰਾ ਧੀਰਜ ਸੁਨਿਆਰ। ਪਹਾਰਾ ਸੁਨਿਆਰ ਦੀ ਦੁਕਾਨ, ਜਿੱਥੇ ਅਨੇਕਾਂ ਜੇਵਰ ਘਾੜੇ ਹੋਏ ਪਏ ਨੇ। ਸਾਹਿਬ ਕਹਿੰਦੇ ਹਨ, ਐ ਮਨੁੱਖ ਤੂੰ ਜਤ ਦੀ ਪਹਾਰਾ ਬਣਾ। ਜਤ ਕੀ ਹੈ? ਅੱਖਾਂ ਨਾਲ ਸਹੀ ਦੇਖਣਾ। ਇਹ ਨੇਤਰੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਕੰਨਾਂ ਨਾਲ ਸਹੀ ਸੁਣਨਾ। ਇਹ ਸ਼ਰਵਣੋ ਮੇਰੇ ਹੋ, ਸਾਚੇ ਸੁਣਨੇ ਨੋ ਪਠਾਏ। ਰਸਨਾ ਨਾਲ ਸਹੀ ਬੋਲਣਾ। ਰਸਨਾ ਜਪਤੀ ਤੂੰ ਹੀ ਤੂੰ ਹੀ। ਮਿੱਠਾ ਬੋਲੇ ਨਿਉ ਚਲੇ। ਸਹੀ ਸੋਚਣਾ। ਬਸ ਇਹੀ ਜਤ ਹੈ। ਬਾਕੀ ਸੰਸਾਰ ਵਿੱਚ ਦੂਜਾ ਕੋਈ ਜਤ ਨਹੀਂ। ਬਿੰਦ ਰਾਖ ਜੋ ਤਰੀਏ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਅਗਰ ਬਿੰਦ ਨੂੰ ਸਰੀਰ ਵਿੱਚ ਧਾਰਨ ਕਰਕੇ ਕੋਸ਼ਿਸ਼ ਨਾਲ ਉਸ ਨੂੰ ਠਹਿਰਾਇਆ ਜਾਏ ਤਾਂ ਭਗਤ ਕਬੀਰ ਜੀ ਕਹਿੰਦੇ ਹਨ, ਇਸ ਪ੍ਰਕਾਰ ਖੁਸਰਾ ਵੀ ਜਤੀ ਹੋ ਸਕਦਾ ਹੈ। ਗ੍ਰਸਤ ਦਾ ਤਿਆਗ ਕਰ ਦੇਣਾ ਗੁਰੂ ਨਾਨਕ ਸਾਹਿਬ ਦਾ ਮਾਰਗ ਨਹੀਂ ਹੈ। ਤਿਆਗੀ ਭ੍ਰਸ਼ਟ ਹੋ ਸਕਦਾ ਹੈ, ਪਰ ਜਿਸ ਨੇ ਆਲਰੇਡੀ ਗ੍ਰਸਤ ਧਾਰਨ ਕੀਤਾ ਹੋਇਆ ਹੈ, ਉਸ ਨੂੰ ਕੌਣ ਭ੍ਰਸ਼ਟ ਕਰੇਗਾ? ਇਸ ਵਾਸਤੇ ਯੋਗ ਭ੍ਰਸ਼ਟ ਸ਼ਬਦ ਭਾਰਤ ਦੇਸ਼ ਵਿੱਚ ਜ਼ਿਆਦਾ ਪ੍ਰਚਲਿਤ ਹੈ। ਅਕਸਰ ਸੁਣਿਆ ਜਾਂਦਾ ਹੈ, ਫਲਾਣਾ ਯੋਗੀ ਭ੍ਰਸ਼ਟ ਹੋ ਗਿਆ, ਫਲਾਣਾ ਤਿਆਗੀ ਭ੍ਰਸ਼ਟ ਹੋ ਗਿਆ। ਪਰ ਜੋ ਕਿਰਤ ਕਰਦਾ ਹੈ, ਜਿਹਦੇ ਕੋਲ ਧਨ ਹੈ, ਉਸ ਨੂੰ ਕਿਸੇ ਤਰ੍ਹਾਂ ਭ੍ਰਸ਼ਟ ਕੀਤਾ ਜਾ ਸਕਦਾ ਹੈ? ਨਹੀਂ ਕੀਤਾ ਜਾ ਸਕਦਾ। ਜੋ ਗ੍ਰਸਤ ਵਿੱਚ ਹੈ, ਜਿਸ ਦੇ ਕੋਲ ਨਾਰੀ ਹੈ, ਉਸ ਨੂੰ ਕਿਸ ਤਰ੍ਹਾਂ ਭ੍ਰਸ਼ਟ ਕੀਤਾ ਜਾ ਸਕਦਾ ਹੈ? ਨਹੀਂ ਕੀਤਾ ਜਾ ਸਕਦਾ। ਸਾਹਿਬ ਕਹਿੰਦੇ ਹਨ ਕਿ ਜਤੀ ਵਾਸਤੇ ਜਤ ਨੂੰ ਤੂੰ ਪਹਾਰਾ ਬਣਾ। ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ। ਜ਼ਬਾਨ ਤੋਂ ਮਿਥਿਆ ਬਚਨ ਨਹੀਂ ਬੋਲਣੇ, ਇਸ ਨੂੰ ਕਾਬੂ ਵਿੱਚ ਰੱਖਣਾ ਹੈ। ਸ਼ੇਖ ਸਾਦੀ ਸਾਹਿਬ ਦਾ ਕਥਨ ਹੈ, ਜਿੱਥੇ ਮੇਰੇ ਬੋਲਣ ਦੀ ਲੋੜ ਨਹੀਂ, ਉੱਥੇ ਮੈਂ ਬੋਲਾਂ, ਪਰ ਜਿੱਥੇ ਮੇਰੇ ਬੋਲਣ ਦੀ ਲੋੜ ਹੋਵੇ, ਉੱਥੇ ਮੈਂ ਨਾ ਬੋਲਾਂ, ਫਿਰ ਇਹ ਗੁਨਾਹ ਹੋਏਗਾ। ਜਿਵੇਂ ਕੋਈ ਅੰਨਾ ਮਨੁੱਖ ਜਾ ਰਿਹਾ ਹੋਵੇ, ਉਸ ਦੇ ਸਾਹਮਣੇ ਖੂਹ ਆ ਜਾਏ ਤਾਂ ਮਨੁੱਖ ਨੂੰ ਰੌਲਾ ਪਾ ਦੇਣਾ ਚਾਹੀਦਾ ਹੈ ਕਿ ਇਹ ਭਾਈ ਰੁਕ ਜਾ, ਅੱਗੇ ਖੂਹ ਹੈ। ਜਤੀ ਮਨੁੱਖ ਉਤਨਾ ਹੀ ਬੋਲਦਾ ਹੈ ਜਿਤਨੀ ਲੋੜ ਹੋਵੇ।
और ਉਹੀ ਸਪਰਸ਼ ਕਰਦਾ ਹੈ ਜੋ ਪਵਿੱਤਰ ਹੋਵੇ, ਉਹੀ ਸੋਚਦਾ ਹੈ ਜਿਸ ਦੇ ਨਾਲ ਭਲਾ ਹੋਵੇ, ਉਹੀ ਸੋਚਦਾ ਹੈ ਜਿਸ ਦੇ ਨਾਲ ਸੁਰਤ ਉੱਚੀ ਹੋਏ। ਸਾਹਿਬ ਕਹਿੰਦੇ ਹਨ, ਜਤ ਦੀ ਪਹਾਰਾ ਬਣਾਈ ਜਾਏ। ਸੁਨਿਆਰੇ ਦੀ ਦੁਕਾਨ 'ਤੇ ਸੁਨਿਆਰਾ ਕੌਣ ਹੋਵੇ? ਧੀਰਜ ਸੁਨਿਆਰ ਹੋਵੇ। ਜਲਦਬਾਜ਼ੀ ਵਿੱਚ ਅਕਸਰ ਗਲਤੀਆਂ ਹੋ ਜਾਂਦੀਆਂ ਹਨ। ਜਲਦਬਾਜ਼ੀ ਵਿੱਚ ਧਿਆਨ ਗਹਿਰਾ ਨਹੀਂ ਹੁੰਦਾ। ਇਸ ਵਾਸਤੇ ਧੀਰਜ ਨੂੰ ਸੰਤਾਂ ਮਹਾਂਪੁਰਸ਼ਾਂ ਨੇ ਬਹੁਤ ਮਾਨ ਦਿੱਤਾ ਹੈ ਅਤੇ ਜਲਦਬਾਜ਼ੀ ਨੂੰ ਦੈਂਤਾਂ ਦੇ ਲੱਛਣ ਦੱਸਿਆ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕਿ ਜੂਦੀ ਬਬਦ ਕਾਰੇ ਆਹਿਰ ਮਨਾ। ਜਲਦਬਾਜ਼ੀ ਸ਼ੈਤਾਨ ਹੀ ਕਰਦੇ ਹਨ। ਗੁਰਬਾਣੀ ਦਾ ਫਰਮਾਨ, ਕਦਮ ਇੱਕ ਚੱਲ ਦ੍ਰਿਸ਼ਟੀ 100 ਕਦਮਾਂ 'ਤੇ ਰੱਖ, ਦੇ ਲੰਮੀ ਨਜ਼ਰ ਨਿਹਾਲੀਏ। ਇਹ ਤਾਂ ਹੀ ਹੋ ਸਕਦਾ ਹੈ ਜੇ ਧੀਰਜ ਹੋਵੇ। ਸਾਹਿਬ ਕਹਿੰਦੇ ਹਨ ਕਿ ਜਤ ਦੀ ਪਹਾਰਾ ਹੋਵੇ, ਧੀਰਜ ਸੁਨਿਆਰ ਹੋਵੇ। ਘੜਨਾ ਮਨ ਨੂੰ ਹੈ ਤਾਂ ਫਿਰ ਕਿਵੇਂ ਘੜੀਏ? ਇਹ ਰਣ ਮਤ ਵੇਦ ਹਥਿਆਰ। ਇਹ ਰਣ ਜਿਹਦੇ ਉੱਤੇ ਰੱਖ ਕੇ ਤੇ ਹਥੌੜਿਆਂ ਦੀ ਚੋਟ ਨਾਲ ਸੁਨਿਆਰਾ ਸੋਨੇ ਨੂੰ ਘੜਦਾ ਹੈ, ਤੇ ਸੋਨਾ ਸਾਡਾ ਮਨ ਹੈ, ਪਰ ਹੈ ਅਨਘੜਾ। ਅਨਘੜਾ ਮਨ ਸੁੰਦਰ ਨਹੀਂ ਹੁੰਦਾ। ਸਾਹਿਬ ਕਹਿੰਦੇ ਹਨ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਘੜਿਆ ਹੋਇਆ ਮਨ ਪਰਮਾਤਮਾ ਦਾ ਹੀ ਰੂਪ ਹੁੰਦਾ ਹੈ। ਇਹੋ ਮਨ ਸੁੰਦਰ ਆਪਣਾ, ਹਰ ਨਾਮ ਮਜੀਠੈ ਰੰਗਰੀ। ਸੰਗਤ ਜੀ, ਹਕੀਕਤ ਇਹ ਹੈ ਕਿ ਘੜਿਆ ਹੋਇਆ ਮਨ ਭਗਵਾਨ ਹੈ, ਅਨਘੜਿਆ ਮਨ ਸ਼ੈਤਾਨ ਹੈ। ਅਹਿਰਨ ਮਤ, ਸੋਚਣ ਸ਼ਕਤੀ ਨੂੰ ਅਹਿਰਨ ਬਣਾ। ਵੇਦ ਹਥਿਆਰ। ਵੇਦ ਇੱਥੇ ਇੱਕ ਵਚਨ ਹੈ, ਕਿਉਂਕਿ ਦੱਦੇ ਥੱਲੇ ਔਂਕੜ ਹੈ, ਜਿਸ ਦਾ ਅਰਥ ਹੈ ਗਿਆਨ। ਗਿਆਨ ਨੂੰ ਹਥੌੜਾ ਬਣਾ ਤੇ ਮਤ ਨੂੰ ਅਹਿਰਨ ਬਣਾ, ਧੀਰਜ ਨੂੰ ਸੁਨਿਆਰ ਬਣਾ ਤੇ ਜਤ ਸਤ ਸੁਨਿਆਰੇ ਦੀ ਦੁਕਾਨ ਬਣਾ। ਕੁਠਾਲੀ ਕਿਹੜੀ ਹੋਵੇ ਤੇ ਘੜਨਾ ਕਿਸ ਤਰ੍ਹਾਂ ਹੈ? ਭਉ ਖੱਲਾ ਅਗਨ ਤਪਤਾਓ। ਪੁਰਾਣੀ ਕੁਠਾਲੀ, ਜਿਸ ਦੇ ਅੰਦਰ ਕੋਇਲੇ ਪਾ ਕੇ ਧੌਂਕੜੀ ਦੇ ਨਾਲ ਹਵਾ ਦੇ ਕੇ ਕੋਇਲਾਂ ਵਿੱਚ ਅਗਨ ਨੂੰ ਪ੍ਰਜਵਲਿਤ ਕੀਤਾ ਜਾਂਦਾ ਸੀ, ਉਹ ਧੌਂਕੜੀ ਕਿਹੜੀ ਬਣਾਉਣੀ ਹੈ? ਸਾਹਿਬ ਕਹਿੰਦੇ ਹਨ, ਉਹ ਧੌਂਕੜੀ ਕਿਸ ਦੀ ਬਣਾਉਣੀ ਹੈ? ਸਾਹਿਬ ਕਹਿੰਦੇ ਹਨ, ਭਉ ਖੱਲਾ ਧੌਂਕੜੀ ਬਣਾ। ਤੂੰ ਭਉ ਦੀ ਧੌਂਕੜੀ ਬਣਾ, ਜਿੱਥੇ ਪ੍ਰਮਾਤਮਾ ਦਾ ਪੈ ਹੈ। ਸੰਗਤ ਜੀ, ਜਿੱਥੇ ਪ੍ਰਮਾਤਮਾ ਦਾ ਪੈ ਨਹੀਂ, ਉੱਥੇ ਜਗਤ ਦਾ ਪੈ ਹੋਏਗਾ। ਜਿੱਥੇ ਪ੍ਰਮਾਤਮਾ ਦਾ ਪੈ ਨਹੀਂ, ਉੱਥੇ ਧੀਰਜ ਨਹੀਂ ਹੋਏਗਾ। ਜਿੱਥੇ ਪ੍ਰਮਾਤਮਾ ਦਾ ਪੈ ਨਹੀਂ, ਉੱਥੇ ਭਾਵ ਨਹੀਂ ਹੋਏਗਾ। ਜਿੱਥੇ ਭਾਵ ਨਹੀਂ, ਉੱਥੇ ਭਗਤੀ ਨਹੀਂ ਹੋਏਗੀ। ਪੈ ਬਿਨ ਭਗਤ ਨਾ ਹੋ ਗਈ, ਜੇ ਅਨੇਕ ਕਰੇ ਸੀਗਾਰ। ਜਗਤ ਮਹਿਲਾ ਹੈ, ਜਗਤ ਦਾ ਭੈ ਵੀ ਮਹਿਲਾ ਹੈ। ਪਰਮਾਤਮਾ ਨਿਰਮਲ ਹੈ, ਪਰਮਾਤਮਾ ਦਾ ਭੈ ਵੀ ਨਿਰਮਲ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ, ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੈ ਹਰਾਮ ਹਦੂਰੇ। ਧੌਂਕੜੀ ਪਰਮਾਤਮਾ ਦੀ ਭਉ ਦੀ ਹੋਵੇ। ਅਗਨ ਕਿਹੜੀ ਹੋਵੇ? ਤਪ ਦੀ ਅਗਨ ਹੋਵੇ। ਅੰਮ੍ਰਿਤ ਵੇਲਾ ਉੱਠਣਾ ਤਪ ਹੈ, ਸੇਵਾ ਤਪ ਹੈ। ਗੁਰ ਸੇਵਾ ਤਪਾਂ ਸਿਰ ਤਪਸਾਰ। ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਤਪ ਹੈ। ਜਿਤਨੀ ਵੀ ਧਾਰਮਿਕ ਸਾਧਨਾ ਹੈ, ਇਹ ਤਪ ਹੈ। ਇਹੀ ਬ੍ਰਹਮ ਅਗਨ ਹੈ। ਭਾਂਡਾ ਪਾਓ ਅੰਮ੍ਰਿਤ ਤਿਤ ਤਾਲ। ਕੁਠਾਲੀ ਕਿਹੜੀ ਹੈ? ਜਿਹਦੇ ਵਿੱਚ ਮਨ ਨੂੰ ਢਾਲਣਾ ਹੈ। ਸਾਹਿਬ ਕਹਿੰਦੇ ਹਨ, ਭਉ ਦਾ ਭਾਂਡਾ ਹੋਏ ਗੁਰਬਾਣੀ ਦਾ ਖਿਆਲ। ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਭਾਵ ਧਾਰਮਿਕ ਦੁਨੀਆ ਦਾ ਮੂਲ ਗੁਣ ਹੈ। ਭਾਵ ਤੱਕ ਪਹੁੰਚਿਆ ਹੋਇਆ ਮਨੁੱਖ ਹੀ ਭਗਵਾਨ ਤੱਕ ਪਹੁੰਚਦਾ ਹੈ। ਜਿੱਥੇ ਭਾਵ ਹੈ, ਉੱਥੇ ਪੈ ਹੈ। ਜਿੱਥੇ ਪੈ ਹੈ, ਉੱਥੇ ਗਿਆਨ ਹੈ। ਜਿੱਥੇ ਗਿਆਨ ਹੈ, ਉੱਥੇ ਧੀਰਜ ਹੈ। ਜਿੱਥੇ ਧੀਰਜ ਹੈ,
ਉੱਥੇ ਹੀ ਜਤ ਹੈ। ਜਤ ਤੋਂ ਧੀਰਜ ਦਾ ਜਨਮ, ਧੀਰਜ ਤੋਂ ਗਿਆਨ ਦਾ ਜਨਮ, ਗਿਆਨ ਤੋਂ ਭਉ ਦਾ ਜਨਮ, ਭਉ ਤੋਂ ਭਾਵ ਦਾ ਜਨਮ ਹੋਇਆ ਅਤੇ ਭਾਵ ਨੇ ਮਨੁੱਖ ਨੂੰ ਭਗਵਾਨ ਨਾਲ ਮਿਲਾ ਦਿੱਤਾ। ਕੜੀਏ ਸ਼ਬਦ ਸੱਚੀ ਟਕਸਾਲ। ਇਸ ਤਰ੍ਹਾਂ ਸ਼ਬਦ ਦੀ ਟਕਸਾਲ ਵਿੱਚ ਆਪਣੇ ਮਨ ਨੂੰ ਕੜਨਾ ਹੈ। ਐਸਾ ਕੜ ਕਿ ਮਨ ਹੀ ਪਰਮਾਤਮਾ ਬਣ ਜਾਏ। ਮਨ ਤੂੰ ਜੋ ਸਰੂਪ ਹੈ, ਆਪਣਾ ਮੂਲ ਪਛਾਣ। ਧਰਮ ਦੀ ਸਾਰੀ ਸਾਧਨਾ ਮਨ ਦੀ ਸਾਧਨਾ ਹੈ। ਸਾਹਿਬ ਕਹਿੰਦੇ ਹਨ ਕਿ ਸ਼ਬਦ ਦੀ ਟਕਸਾਲ ਵਿੱਚ ਮਨ ਨੂੰ ਕੌਣ ਕਰਦੇ ਨੇ? ਜਿਨ ਕੋ ਨਦਰ ਕਰਮ ਤਿਨ ਕਾਰ। ਇਹ ਕਰਮ ਉਹ ਕਰਦੇ ਹਨ ਜਿਨ੍ਹਾਂ ਉੱਤੇ ਪ੍ਰਮਾਤਮਾ ਦੀ ਮਿਹਰ ਹੈ, ਨਿਗਾਹ ਹੈ। ਜਿਵੇਂ ਕੋਈ ਮਨੁੱਖ ਕਿਸੇ ਮਹਾਨ ਪੁਰਖ ਦੀ ਨਿਗਾਹ ਥੱਲੇ ਆ ਜਾਏ, ਉਹ ਮਹਾਨ ਹੋ ਜਾਂਦਾ ਹੈ। ਐਸੇ ਹੀ ਜਿਹੜਾ ਮਨੁੱਖ ਪ੍ਰਭੂ ਦੀ ਨਿਗਾਹ ਥੱਲੇ ਆਉਂਦਾ ਹੈ, ਉਹ ਵੀ ਮਹਾਨ ਹੋ ਜਾਂਦਾ ਹੈ। ਜਿਹੜਾ ਉਸ ਦੀ ਨਿਗਾਹ ਥੱਲੇ ਆ ਗਿਆ, ਉਹ ਆਪਣੇ ਆਪ ਨੂੰ ਕਾੜਨ ਲੱਗ ਪਏਗਾ। ਫਿਰ ਉਸ ਦਾ ਫਲ ਕੀ ਹੋਏਗਾ? ਨਾਨਕ ਨਦਰੀ ਨਦਰ ਨਿਹਾਲ। ਸਾਹਿਬ ਕਹਿੰਦੇ ਹਨ ਕਿ ਉਹ ਮਨੁੱਖ ਇਸ ਤਰੀਕੇ ਨਾਲ ਕੜਿਆ ਜਾਏਗਾ ਕਿ ਉਸ ਦੇ ਉੱਪਰ ਉਸ ਪਰਮਾਤਮਾ ਦੀ ਨਜ਼ਰ ਹੋ ਜਾਏਗੀ, ਉਹ ਨਿਹਾਲ ਹੋ ਜਾਏਗਾ। ਇਹ ਨਿਗਾਹ ਹੋਣਾ ਕਥਨ ਤੋਂ ਪਰੇ ਹੈ, ਵਿਆਖਿਆ ਤੋਂ ਪਰੇ ਹੈ। ਜਿਹੜਾ ਉਹਦੀ ਨਿਗਾਹ ਥੱਲੇ ਆ ਗਿਆ, ਉਹ ਉਸ ਦਾ ਹੀ ਰੂਪ ਹੋ ਜਾਏਗਾ। ਧਰਮ ਦੀ ਸਾਰੀ ਸਾਧਨਾ ਮਨੁੱਖ ਨੂੰ ਪਰਮਾਤਮਾ ਦੀ ਨਿਗਾਹ ਥੱਲੇ ਲਿਆਉਣ ਦੀ ਹੈ। ਪਰਮਾਤਮਾ ਦੀ ਨਿਗਾਹ ਵਿੱਚ ਅੰਮ੍ਰਿਤ ਹੀ ਅੰਮ੍ਰਿਤ ਹੈ, ਗੁਣ ਹੀ ਗੁਣ ਹਨ, ਸੱਚ ਹੀ ਸੱਚ ਹੈ, ਆਨੰਦ ਹੀ ਆਨੰਦ ਹੈ, ਮੋਕਸ਼ ਹੀ ਮੋਕਸ਼ ਹੈ, ਚਾਨਣਾ ਹੀ ਚਾਨਣਾ ਹੈ। ਉਸਦੀ ਨਿਗਾਹ ਦੇ ਥੱਲੇ ਸਾਰੇ ਨੇ, ਪਰ ਫਰਕ ਸਿਰਫ ਇਤਨਾ ਹੈ ਕਿ ਕਈ ਮਨੁੱਖ ਪਰਦੇ ਵਿੱਚ ਚਲੇ ਜਾਂਦੇ ਹਨ। ਇਸ ਕਰਕੇ ਐਸੇ ਮਨੁੱਖ ਪਰਮਾਤਮਾ ਦੀ ਨਿਗਾਹ ਦੇ ਪਾਤਰ ਨਹੀਂ ਬਣ ਪਾਉਂਦੇ। ਪਰ ਜਿਹੜੇ ਪਾਤਰ ਬਣ ਗਏ ਸੰਗਤ ਜੀ, ਉਹ ਨਿਹਾਲ 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 ਹੋ ਜਾਂਦੇ ਹਨ। ਜਪਜੀ ਸਾਹਿਬ ਦਾ ਇਹ ਸਾਰ ਹੈ। ਜਿੱਥੇ ਜਤ ਹੋਏਗਾ ਉੱਥੇ ਧੀਰਜ ਹੋਏਗਾ, ਜਿੱਥੇ ਧੀਰਜ ਹੋਏਗਾ ਉੱਥੇ ਗਿਆਨ ਹੋਏਗਾ, ਜਿੱਥੇ ਗਿਆਨ ਹੋਏਗਾ ਉੱਥੇ ਪਰਮਾਤਮਾ ਦਾ ਭੈ ਹੋਏਗਾ, ਅਤੇ ਜਿੱਥੇ ਭੈ ਹੋਏਗਾ ਉੱਥੇ ਭਾਵ ਹੋਏਗਾ, ਜਿੱਥੇ ਭਾਵ ਹੋਏਗਾ ਉੱਥੇ ਭਗਵਾਨ ਹੋਏਗਾ, ਉੱਥੇ ਭਗਵਾਨ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।